ਨਾਮ ਹੈ ਇਸ ਜਗ੍ਹਾ ਦਾ ਦੀਵਾਨ ਟੋਡਰ ਮੱਲ ਦੀ ਹਵੇਲੀ। ਉਸ ਸਮੇਂ ਦੀਆਂ 78000 ਸੋਨੇ ਦੀਆਂ ਮੋਹਰਾਂ ਸਰਕਾਰਾਂ ਨੇ ਉਸ ਨਵਾਬ ਨੂੰ ਦੇ ਕੇ ਤੇ ਉਹ ਸਥਾਨ ਪ੍ਰਾਪਤ ਕੀਤਾ ਸੀ ਤੇ ਇਹ ਇਜਾਜ਼ਤ ਲਈ ਰਿਹਾ। ਪਰ ਸਰਕਾਰਾਂ ਦੇ ਮੂੰਹ ਦੇ ਉੱਤੇ ਅੱਜ ਹਵੇਲੀ 'ਚ ਪੇੜਾ ਮਾਰਦੀ ਨਜ਼ਰ ਆਉਂਦੀ ਆ। ਬੜੀਆਂ ਸ਼ਰਮਸਾਰ ਨੇ ਇਹ ਗੱਲਾਂ ਸਰਕਾਰਾਂ ਵਾਸਤੇ ਕਿ ਕਿਸ ਤਰੀਕੇ ਨਾਲ ਸਿੱਖ ਕੌਮ ਦੇ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ। ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਉਸਨੇ ਸਾਹਿਬਜ਼ਾਦੇ ਦੇ ਸੰਸਕਾਰ ਦੇ ਉੱਪਰ ਲਗਾ ਦਿੱਤੀ ਤੇ ਜੀ ਗੱਲ ਉਸਦੇ ਜੱਦੀ ਮਕਾਨ ਨੂੰ ਸਾਂਭਣ ਦੇ ਲਈ ਕੋਈ ਵੀ ਸੰਸਥਾ ਅੱਜ ਤੱਕ ਅੱਗੇ ਨਹੀਂ ਆ ਸਕੀ। ਇਹ ਸਵਾਲ ਸ਼੍ਰੋਮਣੀ ਕਮੇਟੀ ਨੂੰ ਅਪੀਲ ਜ਼ਰੂਰ ਕਰਨੀ ਚਾਹਾਂਗੇ ਕਿ ਸਿੱਖ ਕੌਮ ਦੇ ਇਸ ਮਹਾਨ ਸ਼ਹੀਦ ਜਿਸ ਦਾ ਕਿ ਘਰ ਖੰਡਰ ਰੂਪ ਧਾਰਨ ਕਰ ਚੁੱਕਾ ਹੈ ਕਿ ਉਸ ਤੋਂ ਹੀ ਖੜੇ ਹਾਂ। ਇਹ ਇਸ ਦਾ ਨਾਮ ਹੈ ਇਸ ਜਗ੍ਹਾ ਦਾ ਦੀਵਾਨ ਟੋਡਰ ਮੱਲ ਦੀ ਹਵੇਲੀ। ਦੀਵਾਨ ਟੋਡਰ ਮੱਲ ਇਤਿਹਾਸ ਦੇ ਵਿੱਚ ਉਹੀ ਸ਼ਖਸ ਸੀ ਜਿਸ ਨੇ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਉਹਨਾਂ ਦੀਆਂ ਜਿਹੜੀਆਂ ਲੋਥਾਂ ਸਨ, ਉਹਨਾਂ ਦੀਆਂ ਲਾਸ਼ਾਂ ਸਨ, ਬਾਹਰ ਛੁੱਟ ਦਿੱਤੀਆਂ ਸਨ, ਤਾਂ ਸਾਰੀ ਰਾਤ ਦੀਵਾਨ ਟੋਡਰ ਮੱਲ ਨੇ ਇਹਨਾਂ ਲੋਥਾਂ ਦੀ ਰਾਖੀ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਕੁਝ ਜਗ੍ਹਾ ਉਸ ਸਮੇਂ ਦੀ ਹਕੂਮਤ ਕੋਲੋਂ ਪ੍ਰਾਪਤ ਕੀਤੀ ਜਿਸ ਸਥਾਨ ਦੇ ਉੱਤੇ ਬਾਅਦ ਵਿੱਚ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਕਿਹਾ ਜਾਂਦਾ ਹੈ ਕਿ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਉਸ ਸਮੇਂ ਦੀਵਾਨ ਟੋਡਰ ਮੱਲ ਜਿਸ ਨੂੰ ਕਿ ਉਸ ਸਮੇਂ ਦੀਆਂ 78000 ਸੋਨੇ ਦੀਆਂ ਮੋਹਰਾਂ ਸਰਕਾਰਾਂ ਨੇ ਉਸ ਨਵਾਬ ਨੂੰ ਦੇ ਕੇ ਤੇ ਉਹ ਸਥਾਨ ਪ੍ਰਾਪਤ ਕੀਤਾ ਸੀ ਤੇ ਇਹ ਇਜਾਜ਼ਤ ਲਈ ਸੀ ਕਿ ਸਾਹਿਬਜ਼ਾਦਿਆਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਸ ਸਥਾਨ ਤੇ ਕੀਤਾ ਜਾਏਗਾ ਜਿਸ ਸਥਾਨ ਤੇ ਅੱਜ ਪਵਿੱਤਰ ਬਿਲਡਿੰਗ ਮੌਜੂਦ ਹੈ ਗੁਰਦੁਆਰਾ ਸਾਹਿਬਾਨ ਜਿਸ ਨੂੰ ਅਸੀਂ ਜੋਤੀ ਸਰੂਪ ਦੇ ਨਾਮ ਨਾਲ ਜਾਣਦੇ ਹਾਂ। ਪਰ ਸਰਕਾਰਾਂ ਦੇ ਮੂੰਹ ਦੇ ਉੱਤੇ ਅੱਜ ਹਵੇਲੀ 'ਚ ਪੇੜਾ ਮਾਰਦੀ ਨਜ਼ਰ ਆਉਂਦੀ ਆ। ਬੜੀਆਂ ਸ਼ਰਮਸਾਰ ਨੇ ਇਹ ਗੱਲਾਂ ਸਰਕਾਰਾਂ ਵਾਸਤੇ ਕਿ ਇਸ ਹਵੇਲੀ ਦੇ ਵੱਲ ਜਿੱਥੇ ਮੈਂ ਗੱਲ ਕਹਿਣ ਤੋਂ ਨਹੀਂ ਝਿਜਕਾਂਗਾ, ਜਿੱਥੇ ਪੰਜਾਬ ਦੀ ਸਾਬਕਾ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਵੀ ਮੈਂ ਗੱਲ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਦਾ ਇਤਿਹਾਸ ਵਿੱਚ ਕਰਾਉਂਦਾ ਕਿ ਉਹਨਾਂ ਨੇ ਬੜੀਆਂ ਪੁਰਾਤਨ ਯਾਦਗਾਰਾਂ ਸਥਾਪਿਤ ਕੀਤੀਆਂ ਹਿੰਦੂ ਧਰਮ ਨਾਲ, ਸਿੱਖ ਧਰਮ ਨਾਲ ਜਾਂ ਕਿਸੇ ਦੂਸਰੇ ਧਰਮ ਨਾਲ। ਉਹਨਾਂ ਨੇ ਹਰ ਧਰਮ ਦੀ ਯਾਦਗਾਰ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਸਿੱਖ ਧਰਮ ਨਾਲ ਇਹ ਦੀਵਾਨ ਟੋਡਰ ਮੱਲ ਜੀ ਨਾਲ ਦੀਵਾਨ ਟੋਡਰ ਮੱਲ ਜੀ ਉਹਨਾਂ ਦਾ ਮੈਂ ਵਿਰਾਸਤੀ ਮੈਂ ਕਹਾਂ ਮੈਨੂੰ ਉਹਦਾ ਘਰ ਦਿਖਾਇਆ ਜਾਂਦਾ ਕਿ ਕਿਸ ਤਰੀਕੇ ਨਾਲ ਸਿਰਫ ਖੰਡਰ ਰੂਪ ਧਾਰਨ ਕਰ ਚੁੱਕਾ ਹੈ। ਸਿੱਖ ਸੰਸਥਾਵਾਂ ਸਿੱਖ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਆ ਖਾਸ ਕਰਕੇ ਉਹਦੇ ਵਾਸਤੇ ਵੀ ਜਿਹੜੀ ਆ ਇਹ ਸਵਾਲੀਆ ਚਿੰਨ੍ਹ ਖੜਾ ਕੀਤਾ ਜਾ ਸਕਦਾ ਵਾ ਕਿ ਕੀ ਗੱਲ ਜਿਸ ਇਨਸਾਨ ਨੇ ਜਿਸ ਸ਼ਖਸ ਨੇ ਸਿੱਖ ਕੌਮ ਦੇ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ, ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਉਸਨੇ ਸਾਹਿਬਜ਼ਾਦੇ ਦੇ ਸੰਸਕਾਰ ਦੇ ਉੱਪਰ ਲਗਾ ਦਿੱਤੀ। ਕੀ ਗੱਲ ਉਸਦੇ ਜੱਦੀ ਮਕਾਨ ਨੂੰ ਉਸਦੇ ਜੱਦੀ ਜਿਹੜੇ ਹਵੇਲੀ ਸੀ ਉਸ ਨੂੰ ਸਾਂਭਣ ਦੇ ਲਈ ਕੋਈ ਵੀ ਸੰਸਥਾ ਅੱਜ ਤੱਕ ਅੱਗੇ ਨਹੀਂ ਆ ਸਕੀ। ਇਹ ਸਵਾਲ ਹੈ ਮੇਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਨੇ ਕਿ ਇਸ ਹਵੇਲੀ ਨੂੰ ਅੱਜ ਤੱਕ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਅੱਜ ਆਪਣੇ ਚੈਨਲ ਦੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਜ਼ਰੂਰ ਕਰਨੀ ਚਾਹਾਂਗੇ ਕਿ ਸਿੱਖ ਕੌਮ ਦੇ ਇਸ ਮਹਾਨ ਸ਼ਹੀਦ ਜਿਸ ਦਾ ਕਿ ਘਰ ਖੰਡਰ ਰੂਪ ਧਾਰਨ ਕਰ ਚੁੱਕਾ ਹੈ ਉਸ ਦੀ ਹਵੇਲੀ ਦੇ ਉੱਤੇ ਕੋਈ ਨਾ ਕੋਈ ਸ਼ਾਨਦਾਰ ਇਸ ਹਵੇਲੀ ਨੂੰ ਵੈਸੇ ਸੰਭਾਲ ਕਰਕੇ ਇੱਥੇ ਗੁਰਦੁਆਰਾ ਸਥਾਪਿਤ ਕੀਤਾ ਜਾਵੇ ਤਾਂ ਕਿ ਸੰਗਤਾਂ ਜਿਹੜੀਆਂ ਨੇ ਆ ਕੇ ਇੱਥੇ ਦਰਸ਼ਨ ਦਿਦਾਰੇ ਕਰ ਸਕਣ। ਮੈਂ ਨਾਲ ਦਾ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਬਾਹਰਲਾ ਹਿੱਸਾ ਹਵੇਲੀ ਦਾ। ਅਸੀਂ ਤੁਹਾਨੂੰ ਬਾਹਰਲਾ ਹਿੱਸਾ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੁਰਾਤਨ ਨਕਸ਼ੇ ਦੇ ਅਨੁਸਾਰ ਇਹ ਜਿਹੜੀ ਹਵੇਲੀ ਉਸਾਰੀ ਗਈ ਸੀ। ਨਾਨਕਸ਼ਾਹੀ ਇੱਟ ਜਿਹਨੂੰ ਕਿਹਾ ਜਾਂਦਾ ਸੀ, ਛੋਟੀ ਇੱਟ, ਉਸ ਨੂੰ ਨਾਨਕਸ਼ਾਹੀ ਇੱਟ ਵੀ ਕਿਹਾ ਜਾਂਦਾ ਸੀ। ਛੋਟੀ ਇੱਟ ਦੇ ਨਾਲ ਇਹ ਹਵੇਲੀ ਬਣੀ ਹੋਈ ਹੈ। ਬੜੀ ਉਸ ਸਮੇਂ ਦੀ ਕਾਰਗੁਜ਼ਾਰੀ ਕਰੀਏ ਇੰਜੀਨੀਅਰਿੰਗ ਦੀ, ਜਿਸ ਨੂੰ ਅਸੀਂ ਅੱਜ ਦੀ ਭਾਸ਼ਾ 'ਚ ਇੰਜੀਨੀਅਰਿੰਗ ਬੋਲਦੇ ਹਾਂ, ਇੰਜੀਨੀਅਰਿੰਗ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪੂਰੀ ਦੀ ਪੂਰੀ ਹਵੇਲੀ ਹਵਾਦਾਰ ਸਥਾਪਿਤ ਕੀਤੀ ਗਈ ਸੀ। ਇਹ ਸ਼ਾਇਦ ਕੋਈ ਥੱਲੇ ਉਤਰਨ ਦੇ ਲਈ ਉਸ ਸਮੇਂ ਗੇਟ ਸੀ। ਸਵਾਲ ਬਾਰ-ਬਾਰ ਫਿਰ ਉਹੀ ਪੈਦਾ ਹੁੰਦਾ ਵਾ ਕਿ ਕਿਉਂ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਦੀਆਂ ਜਿੰਨੀਆਂ ਹੁਣ ਤੱਕ ਸਰਕਾਰਾਂ ਆ ਚੁੱਕੀਆਂ ਨੇ ਇਸ ਸਥਾਨ ਦੇ ਵੱਲ ਕਿਸੇ ਵੱਲੋਂ ਵੀ ਕਿਉਂ ਨਹੀਂ ਕੋਈ ਧਿਆਨ ਦਿੱਤਾ ਗਿਆ, ਕਿਉਂ ਇਸ ਸਥਾਨ ਨੂੰ ਇਹਨਾਂ ਅਣਗੌਲਿਆ ਕੀਤਾ, ਕਿਉਂ ਇਹ ਸਥਾਨ ਇੱਕ ਖੰਡਰਨੁਮਾ ਰੂਪ ਧਾਰਨ ਕਰ ਚੁੱਕਾ ਹੈ। ਸੰਗਤਾਂ ਆਉਂਦੀਆਂ ਨੇ ਇੱਥੇ ਦਰਸ਼ਨ ਮੇਲੇ ਕਰਦੀਆਂ ਨੇ ਆ ਕੇ, ਪਰ ਹਿਰਦੇ ਵਲੂੰਦਰੇ ਜਾਂਦੇ ਨੇ। ਪੁਰਾਣੀਆਂ ਯਾਦਾਂ ਤੇ ਸਾਹਿਬਜ਼ਾਦੇ ਦੀਆਂ ਤਾਜ਼ਾ ਹੁੰਦੀਆਂ ਦੇਖ ਕੇ ਸਿੱਖ ਕੌਮ ਦੇ ਹਿਰਦੇ ਜਿਹੜੇ ਵਲੂੰਦਰੇ ਪਏ ਨੇ। ਪਰ ਇਹ ਹਵੇਲੀ ਦੇਖ ਕੇ ਵੀ ਸਿੱਖ ਕੌਮ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਹਿਰਦੇ ਵਲੂੰਦਰੇ ਜਾਂਦੇ ਨੇ ਕਿ ਹਵੇਲੀ ਖੰਡਰਨੁਮਾ ਰੂਪ ਧਾਰਨ ਕਰ ਚੁੱਕੀ ਹੈ। ਇੱਕ ਪੋਸਟਰ ਲੱਗਾ ਤੁਸੀਂ ਦੇਖ ਰਹੇ ਜੀ, ਇਹ ਉਹੀ ਪਿਕਚਰ ਦੇ ਵਿੱਚ ਦਰਸਾਇਆ ਗਿਆ। ਇਸ ਫੋਟੋ ਦੇ ਵਿੱਚ ਦੀਵਾਨ ਟੋਡਰ ਮੱਲ ਨੇ ਜੀ ਨੇ ਜਦੋਂ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਦੇ ਲਈ ਜਿਹੜੀ ਜਗ੍ਹਾ ਖਰੀਦੀ ਸੀ 78000 ਮੋਹਰਾਂ ਦੇ ਕੇ ਉਸ ਦੇ ਨਵਾਬ ਨੂੰ ਮੋਹਰਾਂ। ਪਹਿਲੀ ਵਾਰ ਸਾਡੇ ਚੈਨਲ ਦੇ ਦਰਸ਼ਕ ਇਸ ਚੀਜ਼ ਦੇ ਇਸ ਹਵੇਲੀ ਦੇ ਦਰਸ਼ਨ ਕਰ ਰਹੇ ਹੋਣਗੇ। ਜਿਸ ਤਰੀਕੇ ਨਾਲ ਮੈਨੂੰ ਵੇਖ ਕੇ ਤਕਲੀਫ ਹੋ ਰਹੀ ਹੈ, ਮੈਂ ਵੀ ਆਸ ਕਰਦਾ ਕਿ ਉਹਨਾਂ ਨੂੰ ਵੀ ਇਸੇ ਤਰ੍ਹਾਂ ਵੇਖ ਕੇ ਤਕਲੀਫ ਹੋ ਰਹੀ ਹੋਵੇਗੀ ਕਿ ਸਿੱਖ ਕੌਮ ਦੇ ਇਸ ਮਹਾਨ ਦੀਵਾਨ ਇਤਿਹਾਸ ਦੇ ਵਿੱਚ ਇਹਨਾਂ ਦੇ ਕਿਸੇ ਵੀ ਸੰਸਥਾ ਦੇ ਵੱਲੋਂ ਕਿਉਂ ਨਹੀਂ ਇਸ ਦੀ ਸਾਂਭ ਸੰਭਾਲ ਕੀਤੀ ਗਈ। ਇਹ ਹੋ ਸਕਦਾ ਉਸ ਸਮੇਂ ਕੋਈ ਕਮਰਾ ਹੀ ਹੋਵੇ। ਕਹਿਣਾ
ਸੰਭਵ ਇਤਿਹਾਸਕਾਰ ਜਿਹੜੇ ਪੁਰਾਣੇ ਲੋਕ ਇਸ ਗੱਲ ਨੂੰ ਜ਼ਿਆਦਾ ਜਾਣਦੇ ਹੋਣਗੇ ਕਿ ਇਹ ਸਥਾਨ ਕਿਸ ਚੀਜ਼ ਦੇ ਲਈ ਵਰਤਿਆ ਜਾਂਦਾ ਸੀ। ਛੋਟੀ ਇੱਟ ਦੀ ਹੀ ਉੱਪਰ ਛੱਤ ਦੇ ਉੱਤੇ ਜਿਹੜੀ ਉਹ ਕੀਤੀ ਗਈ ਹੈ ਮੀਨਾਕਾਰੀ, ਅਸੀਂ ਜਿਸ ਨੂੰ ਬੋਲ ਸਕਦੇ ਹਾਂ। ਅਸੀਂ ਕਿਸੇ ਤੇ ਸੇਵਾਦਾਰ ਜੋ ਸਾਨੂੰ ਮਿਲੇਗਾ ਉਸ ਨੂੰ ਪੁੱਛਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਹਵੇਲੀ ਵੱਲ ਕਿਸੇ ਸੰਸਥਾ ਦਾ, ਕਿਸੇ ਧਾਰਮਿਕ ਜਥੇਬੰਦੀ ਦਾ ਜਾਂ ਕਿਸੇ ਸਰਕਾਰਾਂ ਦਾ ਅੱਜ ਤੱਕ ਕੋਈ ਧਿਆਨ ਹੋਇਆ ਕਿ ਨਹੀਂ ਹੋਇਆ ਇਸ ਨੂੰ ਬਣਾਉਣ ਦੇ ਲਈ, ਕਿਸੇ ਨੇ ਕੋਈ ਆਪਣੀ ਜਿਹੜੀ ਪ੍ਰਕਿਰਿਆ ਉਹ ਆਰੰਭ ਕੀਤੀ ਕਿ ਨਹੀਂ ਕੀਤੀ। ਪਰ ਫਿਲਹਾਲ ਇਹ ਖੰਡਰਨੁਮਾ ਹਵੇਲੀ ਵੇਖ ਕੇ ਸਾਡਾ ਮਨ ਜਿਹੜਾ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ, ਜਿਸ ਨੂੰ ਕਿ ਸਮਝਦਾ ਸੀ। ਇਹ ਸਾਰੀ ਚਾਰ ਦੀਵਾਰੀ ਦੀਵਾਨ ਟੋਡਰਮਲ ਹਵੇਲੀ ਦੀ ਹੀ ਪਾਈ ਜਾ ਰਹੀ ਹੈ। ਇਹ ਵੀ ਹੋ ਸਕਦਾ ਕਿ ਦੇਖਣ 'ਚ ਤਾਂ ਲੱਗ ਰਿਹਾ ਕਿ ਜਿਵੇਂ ਕੋਈ ਪੁਰਾਤਨ ਸਮੇਂ ਦੇ ਵਿੱਚ ਖਾਣਾ ਬਣਾਉਣ ਦੇ ਲਈ ਸ਼ਾਇਦ ਕੋਈ ਰਸੋਈ ਵਰਤੀ ਜਾਂਦੀ ਸੀ, ਸ਼ਾਇਦ ਹੀ ਹੋਵੇ, ਕਿਉਂਕਿ ਜਿਸ ਤਰੀਕੇ ਨਾਲ ਇੱਥੇ ਬਾਰੀਆਂ ਬਣੀਆਂ ਹੋਈਆਂ ਨੇ। ਸੋ ਇਹੋ ਲੱਗਦਾ ਕਿ ਸ਼ਾਇਦ ਪੁਰਾਣੇ ਸਮੇਂ ਦੇ ਵਿੱਚ ਇਸ ਸਥਾਨ ਨੂੰ ਜਿਹੜੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਸ ਜਗ੍ਹਾ ਦੇ, ਸ਼ਾਇਦ ਉਸ ਸਮੇਂ 'ਚ ਇਸ ਨੂੰ ਇੱਕ ਰਸੋਈ ਦੇ ਤੌਰ ਤੇ ਵਰਤਿਆ ਜਾਂਦਾ ਹੋਵੇ। ਇਹ ਵੀ ਇੱਕ ਗੁਫਾ ਅੰਦਰ ਨੂੰ ਜਾ ਰਹੀ ਹੈ, ਦੇਖਦੇ ਹਾਂ ਅਗਲੇ ਪਾਸੇ ਕੀ ਹੈ। ਪੁਰਾਣੇ ਰਾਜੇ ਮਹਾਰਾਜਿਆਂ ਦੇ, ਕਿਉਂਕਿ ਦੀਵਾਨ ਖੂਹ ਸੀ ਉਸ ਸਮੇਂ ਦਾ। ਦੀਵਾਨ ਟੋਡਰਮਲ ਦੀ ਜਿਹੜੀ ਹਵੇਲੀ ਸੀ ਉਸ ਦੇ ਵਿੱਚ ਇੱਕ ਖੂਹ ਸੀ। ਇਹ ਪੁਰਾਤਨ ਖੂਹ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ, ਬੱਚੇ ਵੀ ਕਰ ਰਹੇ ਨੇ ਇਸ ਖੂਹ ਦੇ ਦਰਸ਼ਨ। ਇਹ ਸੀ ਪੁਰਾਤਨ ਪੂਰੀ ਹਵੇਲੀ ਦਾ ਦ੍ਰਿਸ਼ ਜਿਹੜਾ ਅਸੀਂ ਤੁਹਾਨੂੰ ਇੱਥੋਂ ਦਿਖਾ ਰਹੇ ਹਾਂ, ਜਿਹੜੀ ਕਿ ਖੰਡਰਨੁਮਾ ਰੂਪ ਧਾਰਨ ਕਰ ਚੁੱਕੀ ਹੈ ਹਵੇਲੀ ਦਾ, ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਪਾਈ ਜਾਂਦੀ ਹੈ। ਸੰਭਾਲ ਕੇ ਸੰਗਤਾਂ ਦੇ ਸਪੁਰਦ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਦੀਵਾਨ ਟੋਡਰਮਲ ਨੇ ਆਪਣੀ ਸਾਰੀ ਉਮਰ ਦੀ ਜਵਾਂ ਪੂੰਜੀ ਜਿਹੜੀ ਸੀ ਸਾਹਿਬਜ਼ਾਦਿਆਂ ਦੇ ਸਿਰਫ ਤੇ ਸਿਰਫ ਸੰਸਕਾਰ ਦੇ ਲਈ 78000 ਦੀਆਂ ਮੋਹਰਾਂ ਦੇ ਕੇ ਉਹ ਥੋੜ੍ਹੀ ਜਿਹੀ ਜਗ੍ਹਾ ਖਰੀਦੀ ਸੀ ਜਿਸ ਦੇ ਉੱਪਰ ਸੰਸਕਾਰ ਕੀਤਾ ਗਿਆ। ਬੇਸ਼ੱਕ ਅੱਜ ਉਸ ਜਗ੍ਹਾ ਦੇ ਉੱਪਰ ਜਿੱਥੇ ਸੰਸਕਾਰ ਕੀਤਾ ਗਿਆ ਸੀ ਸਾਹਿਬਜ਼ਾਦਿਆਂ ਦਾ, ਉੱਥੇ ਇੱਕ ਬਹੁਤ ਹੀ ਆਲੀ ਸ਼ਾਨ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਸਥਾਪਿਤ ਹੈ, ਜਿਸ ਨੂੰ ਕਿ ਜੋਤੀ ਸਰੂਪ ਦਾ ਨਾਮ ਦਿੱਤਾ ਗਿਆ ਹੈ। ਪਰ ਜਿਸ ਇਨਸਾਨ ਨੇ ਉਹ ਜਗ੍ਹਾ ਖਰੀਦੀ ਸੀ, ਅੱਜ ਉਸ ਦਾ ਉਹ ਪੁਰਾਣਾ ਉਹ ਜੱਦੀ ਘਰ ਜਿੱਥੇ ਕਦੇ ਰੌਣਕਾਂ ਲੱਗੀਆਂ ਹੁੰਦੀਆਂ ਸੀ, ਕਿਹਾ ਜਾਂਦਾ ਹੈ ਕਿ ਉਸ ਸਮੇਂ ਦੀਵਾਨ ਟੋਡਰਮਲ ਨੂੰ ਲਗਭਗ 100 ਦੇ ਕਰੀਬ ਘੋੜ ਸਵਾਰ ਦਿੱਤੇ ਗਏ ਸਨ ਸਰਕਾਰ ਦੇ ਵੱਲੋਂ, ਅਤੇ 200 ਪੈਦਲ ਜਿਹੜੇ ਸੈਨਿਕ ਸਨ। ਉਸ ਦੀ ਹਵੇਲੀ ਦੇ ਵਿੱਚ ਹਮੇਸ਼ਾ ਰੌਣਕ ਲੱਗੀ ਰਹਿੰਦੀ ਸੀ। ਅਤੇ ਅੱਜ ਉਹ ਹਵੇਲੀ ਜਿਹੜੀ ਆ ਸਰਕਾਰਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੇ ਆਵਾਜ਼ਾਂ ਮਾਰ ਰਹੀ ਆ ਕਿ ਉਹ ਖੁਦ ਅੱਜ ਉਜੜੀ ਪਈ ਹੈ। ਫਿਰ ਬੇਨਤੀ ਕਰਾਂਗੇ ਸ਼੍ਰੋਮਣੀ ਕਮੇਟੀ ਨੂੰ ਕਿ ਇਸ ਹਵੇਲੀ ਵੱਲ ਧਿਆਨ ਦੇ ਕੇ ਸੰਗਤਾਂ ਦੇ ਸਪੁਰਦ ਕੀਤਾ ਜਾਵੇ।